हाँ जी, सत श्री अकाल। किवें हो सारे? ठीक ठाक हो? हाँ जी, ਅੱਜ ਦਾ ਆਪਣਾ ਟੌਪਿਕ ਜਿਹੜੇ ਪਿਛਲੀ ਵਾਰ ਨੂਮੈਰੀਕਲ ਕੀਤੇ ਸੀ ਥੋੜਾ ਜਿਹਾ ਹੋਰ ਅੱਗੇ ਲੈ ਕੇ ਜਾਣਾ, ਐਡਵਾਂਸ ਦੇ ਵਿੱਚ ਲੈ ਕੇ ਜਾਣਾ। ਅੱਜ ਦੀਆਂ ਕੈਟਾਗਰੀ ਜਿਹੜੀ ਆਪਣੀ ਰਹੂਗੀ ਉਹੀ ਫੈਰਾਡੇ ਲਾਅ ਰਹੂਗਾ ਤੇ ਸਟੈਂਡਰਡ ਇਲੈਕਟ੍ਰੋਡ ਪੋਟੈਂਸ਼ੀਅਲ ਰਹੂਗਾ, ਈ ਨੌਟ ਸੈੱਲ ਤੇ ਈ ਸੈੱਲ ਦੇ ਨੂਮੈਰੀਕਲ ਅੱਜ ਆਪਾਂ ਥੋੜ੍ਹੇ ਜਿਹੇ ਡਿਸਕਸ ਕਰਾਂਗੇ। ਸਟਾਰਟਿੰਗ ਕਰਦੇ ਹਾਂ, ਪਹਿਲਾਂ ਪਿਛਲੇ ਨਾਲ ਹੀ ਕੋਰਿਲੇਟ ਕਰਦਾ। ਸਭ ਤੋਂ ਪਹਿਲਾਂ ਨੂਮੈਰੀਕਲ ਜਿੱਦਾਂ ਆਪਾਂ ਪਿੱਛੇ ਕੀਤਾ ਸੀਗਾ ਫੈਰਾਡੇ ਲਾਅ ਦਾ, ਉਹੀ ਸੇਮ ਲੈਣਾ ਮੈਂ। ਕਹਿੰਦਾ ਹਾਊ ਮੈਨੀ ਕੂਲਮਸ ਆਰ ਰਿਕੁਆਇਰਡ ਟੂ ਡਿਪੋਜ਼ਿਟ 50 ਗ੍ਰਾਮ ਆਫ ਐਲੂਮੀਨੀਅਮ ਵੈਨ ਦ ਰਿਐਕਸ਼ਨ ਇਜ਼ Al3 ਪੋਜ਼ਿਟਿਵ ਪਲੱਸ 3 ਇਲੈਕਟ੍ਰੋਨ ਵਿਲ ਗਿਵ Al। ਇਹ ਰਿਐਕਸ਼ਨ ਗਿਵਨ ਆ। ਹੁਣ ਇਹਨੂੰ ਕਰਨ ਦੇ ਕਈ ਮੈਥਡ ਨੇ, ਬਟ ਮੈਂ ਤੁਹਾਨੂੰ ਇੱਕ ਗੱਲ ਕਹੀ ਹੋਈ ਹੈ ਕਿ ਆਪਾਂ ਜਿਹੜੇ ਵੀ ਨੂਮੈਰੀਕਲ ਫੈਰਾਡੇ ਲਾਅ ਦੇ ਸਟੱਡੀ ਕਰਨੇ ਆ ਜਾਂ ਡਿਸਕਸ ਕਰਨੇ ਆ, ਉਹਨਾਂ ਦੇ ਲਈ ਫਸਟ ਲਾਅ ਦੀ ਜਿਹੜੀ ਮੈਂ ਤੁਹਾਨੂੰ ਸਟੇਟਮੈਂਟ ਕਰਵਾਈ ਹੈ ਜਾਂ ਜੋ ਤੁਹਾਨੂੰ ਮੈਂ ਇਹਦਾ ਇਕੁਏਸ਼ਨ ਲਿਖਵਾਈ ਹੋਈ ਹੈ, ਆਪਾਂ ਜਸਟ ਉਹੀ ਜਿਹੜੀ ਹੈਗੀ ਹੈ ਯਾਦ ਰੱਖਣੀ ਆ। ਉਸੇ ਦੇ ਬੇਸਿਸ ਦੇ ਉੱਪਰ ਹੀ ਆਪਾਂ ਮੈਕਸੀਮਮ ਨੂਮੈਰੀਕਲ ਨੂੰ ਸੋਲਵ ਕਰਾਂਗੇ, ਹੈ ਨਾ। ਤਾਂ ਉਹੀ ਮੈਂ ਸੇਮ ਚੀਜ਼ ਲੈਣਾ। ਦੇਖੋ ਇਕੁਏਸ਼ਨ ਤੋਂ ਆਪਾਂ ਨੂੰ ਇੱਕ ਗੱਲ ਦਾ ਪਤਾ ਲੱਗ ਗਿਆ ਕਿ ਐਕਸ ਫੈਕਟਰ ਇਸ ਨੂਮੈਰੀਕਲ ਦੇ ਵਿੱਚ ਜਿਹੜਾ ਹੈਗਾ ਉਹ ਕੀ ਆਊਗਾ, 3 ਆਊਗਾ, ਕਿਉਂਕਿ Al3 ਪੋਜ਼ਿਟਿਵ ਜਿਹੜਾ ਹੈਗਾ ਐਲੂਮੀਨੀਅਮ ਦੇ ਵਿੱਚ ਕਨਵਰਟ ਹੋ ਰਿਹਾ ਨਾ। ਤਾਂ ਫਿਰ ਮੈਂ ਉਹੀ ਮੇਨ ਇਕੁਏਸ਼ਨ ਲਾਉਣਾ ਆਪਣੀ। ਕਹਿੰਦਾ ਵੇਟ ਡਿਪੋਜ਼ਿਟ ਕੀ ਹੁੰਦਾ ਹੈ, ਮੋਲਰ ਮਾਸ ਇਨਟੂ ਚਾਰਜ, ਮਤਲਬ I ਇੰਟੂ T ਅਪੋਨ Fx। ਹੁਣ ਇਹਨਾਂ ਨੇ ਕਿਹਾ ਹਾਊ ਮੈਨੀ ਕੂਲਮਸ, ਮਤਲਬ ਚਾਰਜ ਪੁੱਛ ਲਿਆ ਆਪਾਂ ਨੂੰ, ਕਿੰਨੇ ਫੈਰਾਡੇ ਚਾਰਜ ਹੋਊਗਾ। ਦੈਟਸ ਵਾਈ ਮੈਂ ਜਿਹੜਾ ਹੈਗਾ ਇਹਨੂੰ ਜਿਹੜਾ ਇਹਨੂੰ I ਇੰਟੂ T ਨਹੀਂ ਲਿਆ ਮੈਂ, ਇਹਨੂੰ ਉਹੀ ਲੈ ਲਿਆ ਸਿੱਧਾ Q ਲੈ ਲਿਆ, ਹੈ ਨਾ, ਕਿਉਂਕਿ ਚਾਰਜ ਉਹਨਾਂ ਨੇ ਪੁੱਛਿਆ ਹੈਗਾ। ਤਾਂ ਇਹਦੇ 'ਚ ਹੁਣ ਕਿੰਨਾ ਕਿਹਾ ਇਹਨਾਂ ਨੇ, 50 ਗ੍ਰਾਮ ਡਿਪੋਜ਼ਿਟ ਕਰਨਾ ਹੈ, ਉਹ ਲਿਖ ਲਿਆ। ਮੋਲਰ ਮਾਸ ਜਿਹੜਾ ਐਲੂਮੀਨੀਅਮ ਦਾ ਹੁੰਦਾ ਹੈ 27 ਹੈ, ਇੰਟੂ Q ਅਪੋਨ F ਦੀ ਵੈਲਿਊ ਫਿਕਸ ਹੈ 96500 ਇੰਟੂ 3 ਜਿਹੜੇ ਹੈਗਾ ਫੈਕਟਰ ਐਕਸ ਫੈਕਟਰ ਹੈ। ਅਪਲਾਈ ਕਰਕੇ ਜਸਟ Q ਦੀ ਵੈਲਿਊ ਆਪਣੇ ਕੋਲ ਜਿਹੜੀ ਹੈਗੀ ਪੁੱਟ ਕਰਕੇ, ਇੱਕੋ ਹੀ ਅਨਨੋਨ ਹੈ ਕਿਹੜਾ Q ਹੈ, ਯੂਜ਼ ਕਰਾਂਗੇ ਤਾਂ ਇਹਦਾ ਆਨਸਰ ਜਿਹੜਾ ਹੈਗਾ 536111 ਜਿਹੜੇ ਕੂਲਮ ਆਪਣੇ ਮਿਲ ਜਾਣਗੇ ਆਪਾਂ ਨੂੰ ਫੈਰਾਡੇ ਇੰਨੇ, ਹੈ ਨਾ, ਚਾਹੀਦਾ ਹੋਊਗਾ। ਠੀਕ ਹੈ ਜੀ। ਨੈਕਸਟ ਕੁਐਸਚਨ ਆਪਾਂ ਇਹਦੇ 'ਚ ਡਿਸਕਸ ਕਰਦੇ ਹਾਂ ਫੈਰਾਡੇ ਲਾਅ ਦੇ ਬੇਸਿਸ ਦੇ ਉੱਪਰ ਹੀ। ਨੈਕਸਟ ਕੁਐਸਚਨ ਹੈਗਾ ਉਹਦੇ 'ਚ ਵੀ ਸੇਮ ਪੈਟਰਨ 'ਤੇ ਕਹਿੰਦੇ ਨੇ, ਇਹ ਕਹਿੰਦੇ ਵੀ ਹਾਊ ਮੈਨੀ ਆਰਸ। ਹੁਣ ਟਾਈਮ ਦੀ ਜਿਹੜੀ ਹੈਗੀ ਇਹਨਾਂ ਨੇ ਰਿਕੁਆਇਰਮੈਂਟ ਪੁੱਛ ਲਈ ਵੀ ਕਿੰਨਾ ਟਾਈਮ ਹੋਵੇਗਾ। ਡਜ਼ ਇਟ ਟੇਕ ਟੂ ਰਿਡਿਊਸ 3 ਮੋਲ, ਕਿੰਨੇ ਮੋਲ, 3 ਮੋਲ। ਹੁਣ ਇੱਥੇ ਇੱਕ ਨਵਾਂ ਪੁਆਇੰਟ ਆਇਆ, ਯਾਦ ਰੱਖਣਾ 3 ਮੋਲ 'ਤੇ ਮੈਂ ਕਿਉਂ ਕੰਸਨਟਰੇਟ ਕਰ ਰਿਹਾ ਜਾਂ ਹਾਈਲਾਈਟ ਕਿਉਂ ਕਰ ਰਿਹਾ। ਆਫ 3 ਪੋਜ਼ਿਟਿਵ ਆਇਰਨ, ਜਿਹੜਾ 3 ਪੋਜ਼ਿਟਿਵ 2 ਆਇਰਨ 2 ਪੋਜ਼ਿਟਿਵ ਵੈਨ 2 ਐਂਪੀਅਰ ਕਰੰਟ ਇਜ਼ ਪਾਸਡ। ਹੁਣ 3 ਮੋਲ ਆਏ ਨੇ ਆਪਣੇ ਕੋਲੇ। ਮੇਨ ਇਕੁਏਸ਼ਨ ਇੱਕੋ ਹੀ ਯਾਦ ਰੱਖਣੀ ਹੈ, ਬਾਰ-ਬਾਰ ਮੈਂ ਦੱਸ ਰਿਹਾ। ਵੇਟ ਡਿਪੋਜ਼ਿਟ ਕੀ ਹੁੰਦਾ ਹੈ, ਮੋਲਰ ਮਾਸ I ਇੰਟੂ T ਅਪੋਨ F ਇੰਟੂ X। ਹੁਣ ਮੋਲ ਦੀ ਗੱਲ ਆ ਗਈ, ਮੋਲ ਦੇ ਲਈ ਵੀ ਤੁਹਾਨੂੰ ਮੈਂ ਨੂਮੈਰੀਕਲ ਜਿਹੜਾ ਫਾਰਮੂਲਾ ਕਰਵਾਇਆ ਹੋਇਆ, ਗਿਵਨ ਮਾਸ ਅਪੋਨ ਮੋਲਰ ਮਾਸ ਮੈਂ ਡਿਵਾਈਡ ਕਰ ਲਿਆ, W ਅਪੋਨ MB ਇੱਧਰ ਆ ਗਿਆ, ਮੋਲਰ ਮਾਸ ਆ ਗਿਆ MM, I ਇੰਟੂ T ਅਪੋਨ F ਇੰਟੂ X ਆ ਗਿਆ। ਇਹ ਕੀ ਹੁੰਦਾ, ਨੰਬਰ ਆਫ ਮੋਲ, N ਲਿਖ ਲਏ, ਇਜ਼ ਇਕੁਅਲ ਟੂ ਕੀ ਹੋ ਗਿਆ I ਇੰਟੂ T ਅਪੋਨ Fx। ਹੁਣ ਨੰਬਰ ਆਫ ਮੋਲ ਜਿਹੜੇ ਹੈਗੇ ਨੇ ਕਿੰਨੇ ਕਿਹਾ, 3, ਵੈਲਿਊ 3 ਪੁੱਟ ਕਰ ਦਿਓ। I ਕਿੰਨਾ, ਕਰੰਟ 2 ਐਂਪੀਅਰ ਦਾ, ਅਤੇ ਟਾਈਮ ਇਹਨਾਂ ਨੇ ਪੁੱਛਿਆ, F ਫਿਕਸ ਹੁੰਦਾ 96500, ਹੈ ਨਾ। ਅਤੇ ਕਨਵਰਟ ਕਿਹਨੂੰ ਕਰਨਾ, ਆਇਰਨ 3 ਪੋਜ਼ਿਟਿਵ ਨੂੰ 2 ਪੋਜ਼ਿਟਿਵ ਦੇ ਵਿੱਚ, ਮਤਲਬ ਐਕਸ ਫੈਕਟਰ ਕਿੰਨਾ ਆਪਣਾ 1 ਆ ਗਿਆ। ਤਾਂ ਸਿਰਫ ਟਾਈਮ ਹੀ ਜਿਹੜਾ ਇਹਦੇ 'ਚ ਫੈਕਟਰ ਜਿਹੜਾ ਹੈਗਾ ਅਨਨੋਨ ਹੈ, ਜਿਹਨੂੰ ਆਪਾਂ ਫਾਈਂਡ ਕਰਨਾ। T ਹੈ ਤਾਂ T ਨੂੰ ਆਪਾਂ ਉੱਧਰ ਲਿਜਾ ਕੇ ਜਿਹੜਾ ਹੈਗਾ ਓਵਰਆਲ ਆਪਣੀ ਵੈਲਿਊ ਇੰਨੀ ਆ ਗਈ 144750। ਇਹ ਸੈਕਿੰਡ ਆਏ ਨੇ। R ਦੇ ਵਿੱਚ ਕਨਵਰਟ ਕਰਾਂਗੇ ਡਿਵਾਈਡ ਬਾਈ 3600 ਕਰਕੇ 40.21 R ਜਿਹੜਾ ਇਹਦਾ ਆਨਸਰ ਬਣਦਾ। ਇਹ ਵੀ ਇੱਕ ਨੈਕਸਟ ਕੈਟਾਗਰੀ ਹੈਗੀ ਇਹਦੀ। ਉਸ ਤੋਂ ਬਾਅਦ ਜਿਹੜੀ ਨੈਕਸਟ ਆਪਾਂ ਸਟੱਡੀ ਕਰਦੇ ਹਾਂ, ਯਾਦ ਹੋਵੇ ਤੁਹਾਡੇ, ਥੋੜ੍ਹਾ ਜਿਹਾ ਰੀਕਾਲ ਕਰਾਉਣਾ ਮੈਂ। ਇਹਦੇ 'ਚ ਇੱਕ ਕੁਐਸਚਨ ਕਰਵਾਇਆ ਸੀਗਾ ਵੀ ਕਈ ਵਾਰੀ ਉਹ ਕੀ ਕਰਦੇ ਨੇ, ਪੁੱਛ ਲੈਂਦੇ ਆ ਕਿ ਜਿਹੜਾ ਇਲੈਕਟ੍ਰੋਲਿਸਿਸ ਹੋਈ ਹੈ ਉਹਦੇ ਥਰੂ ਜਿਹੜਾ ਪ੍ਰੋਡਕਟ ਮਿਲਿਆ, ਚਾਹੇ ਅਨੂਡ ਔਰ ਕੈਥੋਡ, ਕਿਤੇ ਵੀ ਵਟਐਵਰ ਕਿਤੇ ਵੀ ਹੋਵੇ, ਉਹਦੀ ਜਿਹੜੀ ਥਿਕਨੈਸ ਫਾਈਂਡ ਕਰਨੀ ਹੈ। ਮਤਲਬ ਲੈਂਥ ਪੁੱਛ ਸਕਦੇ ਆ, ਬ੍ਰਿਡਥ ਪੁੱਛ ਸਕਦੇ ਆ, ਮਤਲਬ ਇੱਕ ਚੀਜ਼, ਇੱਕ ਡਾਇਮੈਂਸ਼ਨ ਪੁੱਛ ਸਕਦੇ ਆ, ਹੈ ਨਾ। ਤਾਂ ਉਹਦੇ ਲਈ ਮੈਂ ਇੱਕ ਡੈਂਸਿਟੀ ਵਾਲਾ ਫਾਰਮੂਲਾ ਤੁਹਾਨੂੰ ਕਰਵਾਇਆ ਸੀ, ਉਸ ਬੇਸਿਸ 'ਤੇ ਕੁਐਸਚਨ ਆ। ਪਹਿਲਾਂ ਸਟੇਟਮੈਂਟ ਦੱਸਦਾ ਹੈ, ਬੜਾ ਇੰਪੋਰਟੈਂਟ ਹੈ ਇਹ। ਕਹਿੰਦਾ ਸਿਲਵਰ ਜਿਹੜਾ ਇਲੈਕਟ੍ਰੋ ਡਿਪੋਜ਼ਿਟਡ ਹੋਇਆ ਹੈ ਔਨ ਏ ਮੈਟਾਲਿਕ ਕੰਟੇਨਰ ਜਾਂ ਵੈਸਲ ਲਾ ਲਓ, ਆਫ ਸਰਫੇਸ ਏਰੀਆ ਦੇਤਾ ਇਹਨਾਂ ਨੇ ਕਿੰਨਾ, 800 ਸੈਂਟੀਮੀਟਰ ਸਕੁਏਅਰ, ਬਾਏ ਪਾਸਿੰਗ ਏ ਕਰੰਟ of 0.2 एम्पियर for
3R फाइंड द थिकनेस ऑफ सिल्वर AG मतलब सिल्वर डिपॉजिटेड। तो इन्होंने डेंसिटी देती कितनी 10.47 ग्राम पर CC है, ये भी याद रखना CC है ना, क्यूबिक सेंटीमीटर। तो मोलर मास सिल्वर का जोड़ा होंगे 107.34 के आस पास होंगे, मैं इनू राउंड अप कर लेना 1.8 ले लेना है। ठीक है जी। तो फिर ये एक मैं थोड़ा फॉर्मूला करवाया सीगा कि मास पर यूनिट वॉल्यूम की होंगे, डेंसिटी होंगे है ना, ये तो अपन नॉर्मल पता है। तो मास की हो गया फिर वॉल्यूम इंटू डेंसिटी। मास की है वेट डिपॉजिट, वेट डिपॉजिट का फार्मूला मोलर मास I इंटू T अपॉन FX इज इक्वल टू डेंसिटी दे रखी है। वॉल्यूम में मैं की लिख सकता है एरिया इंटू लेंथ, 3 डायमेंशन हो गए ना, एरिया इंटू लेंथ जोड़ा है वॉल्यूम बन गया। हुण एक चीज़ अननोन है ये कि थिकनेस, थिकनेस नूं तुसीं चाहे लेंथ मान लो, चाहे ब्रिड्थ मान लो, चाहे हाइट, तीनों डायमेंशन जो कोई मर्जी मान लो, है तो थिकनेस ही रहूगी वो है ना। तो मैं लेंथ जी हैगी वो फाइंड करनी आ। हुण मोलर मास मैनू पता है 108 हो गया, करंट 0.2 एम्पीयर हो गया, 3 घंटे के लिए जोड़ा है उन्होंने सैकंड च कन्वर्ट कर लिया 96,500 इंटू सिल्वर जोड़ा होंगे 1 पॉजिटिव होंगे, 2 नहीं होंगे, 3 नहीं होंगे, ओनली 1 होंगे। तो वह फैक्टर जोड़ा है X मैं 1 ले लिया। तो अप्लाई किया, जस्ट एक चीज़ अननोन है कि लेंथ, लेंथ की है, थिकनेस है, यूज़ किया तो यदी वैल्यू 0.0029 आ गई थिकनेस। तो इनू आप की लिख सकते हैं, देखो 0.0029 इंटू 10⁴ ना मल्टीप्लाई कर लो, 4 नाल ही डिवाइड कर लो, जिहड़ा मल्टीप्लाई किया वो जी डिजिट जो 2.9 बन जूगा, नीचे वाला -4 बन जाएगा, ऊपर जाके इन्ने सेंटीमीटर की थिकनेस आ गई जी अपने। ठीक है जी, ये काफ़ी इंपॉर्टेंट कैटेगरी है, होप के समझ आ गई होगी। नैक्सट जी हैगी है नर्स टिक्यूशन तो E0 सैल दे मैं जी है नूमैरिकल करवाना, ध्यान नाल समझो। ये पहला नूमैरिकल जोड़ा है कैटेगरी आप डिस्कस करते हैं। क्वेश्चन है कहना फाइंड स्टैंडर्ड रिडक्शन पोटेंशियल ऑफ निकल 2 पॉजिटिव टू निकल। स्टैंडर्ड वर्ड की बोले इन्होंने, स्टैंडर्ड मतलब नॉट वाला इलैक्ट्रोड वैन द सैल पोटेंशियल फॉर द सैल, सैल पोटेंशियल फॉर द सैल, सैल किहड़ा है निकल गिव निकल 2 पॉजिटिव नाल ब्रैकेट दे विच आ देखो, ब्रैकेट दे विच की लिखिया 1 मोलर कंसनट्रेशन लिखी हुई है, 1 मोलर जी आ ब्रैकेट है दिस वन, इस ब्रैकेट दे विच जिहड़ा 1 मोलर इन्होंने कंसनट्रेशन मैंशन करती। मैं बोलिया सी तुहानूं कि 1 मोलर कई बार लिखी हो, कई बार नहीं भी लिखी हो, क्योंकि 1 नूं लिखण दा कोई एडा परपस नहीं बनता। चलो इन्होंने लिखता तो उस तो बाद सॉल्ट ब्रिज आ जाता, रिप्रजेंटेशन ऑफ सैल तुहानूं दस्सिया होया सॉल्ट ब्रिज है। फिर आ जाता कॉपर 2 पॉजिटिव, ये भी 1 मोलर है, कॉपर दिंदा, ये वैल्यू जी हैगी है 0.59 वोल्टेज है। हुण एक गल दा आपां नूं समझ आ गया कि ये जिहड़ियां चीज़ां वैसे क्वेश्चन भी लिखिया, अगर नहीं भी लिखिया होएगा तो भी तुहानूं अंडरस्टूड हो जाएगा कि जे 1 मोलर गिवन है तो ये स्टैंडर्ड वैल्यू है, क्योंकि इलैक्ट्रोकैमिकल सीरीज़ ਦੇ ਵਿੱਚ ਤੁਹਾਨੂੰ मैं हाईलाइट करके जोर पा के दस्सिया सीगा कि ਜਦੋਂ कंसनट्रेशन 1 मोलर ਹੋਵੇ STP कंडीशन ਦੇ ਉੱਪਰ ਜਦੋਂ ਆਪਾਂ ਸਟੱਡੀ ਕਰਦੇ ਹਾਂ ਇਲੈਕਟ੍ਰੋਡ पोटेंशियल ਜਿਹੜਾ ਹੈਗਾ ਉਹ ਸਟੈਂਡਰਡ ਆਉਂਦਾ ਹੈ। बट टैंपरेचर भी चेंज हो जाता है, प्रैशर भी चेंज हो जाता है, वॉल्यूम भी चेंज हो जाता है, जब मतलब कोई भी पैरीमीटर कंसनट्रेशन भी चेंज हो जाती है। उस केस दे विच जिहड़ी हैगी ਉਹ E0 ਦੀਆਂ वैल्यू सारियां डिस्टर्ब हो ਜਾਂਦੀਆਂ ਨੇ। ਤਾਂ ਉਹਨਾਂ ਨਵੀਆਂ वैल्यू ਨੂੰ ओवरकम ਕਰਨ ਦੇ ਲਈ ਨਰਸ ਟਿक्यूशन आई सी, थोड़ी जी थ्योरी याद ਹੋਵੇ ਤੁਹਾਡੇ। ਤਾਂ ਹੁਣ ਇੱਥੇ ਤਾਂ ਸਿਰਫ ਪੁੱਛਿਆ ਵੀ फाइंड स्टैंडर्ड रिडक्शन पोटेंशियल ਪੁੱਛਿਆ और सैल भी स्टैंडर्ड है। तो यह सिंपल है, मतलब E0 की वैल्यू पूछी है, E0 गिवन है, किहदे लई पूछी है निकल दे लई पूछी है, टोटल सैल की गिवन हैगी कितनी 0.59 वोल्टेज है ना। तो ये अपने को जिहड़ा हैगा कॉपर की भी इन्होंने वैल्यू ये गिवन हैगी है, कॉपर की इत्थे लिखिया नहीं, कॉपर की वैल्यू 0.34 होंदी है, गिवन होंदी है, गिवन ने इस क्वेश्चन के तो आप मेन फॉर्मूला ला लाँगे E0 सैल की हो गया, E0 राइट हैंड साइड माइनस E0 लैफ्ट हैंड साइड की बन गया, राइट तो कैथोड होंदा है, कैथोड की चीज़ है कॉपर है, इत्थे एनोड की है निकल है। तो E0 सैल जिहड़ा हैगा इन्होंने टोटल सारे की वैल्यू दे रखी है कि 0.59 वोल्टेज, तो फॉर कॉपर के लिए तुहानूं दस्सिया भी दित्ती हुई है 0.34। फाइंड की करनी है निकल की, तो सिंपल फॉर्मूला बन जाता निकल कॉपर माइनस निकल का ओवरऑल वैल्यू होएगी तो -0.25 जिहड़ा वोल्टेज का आंसर आ जाऊगा, क्योंकि ये स्टैंडर्ड की गल है, स्टैंडर्ड ही गिवन है, स्टैंडर्ड ही पूछे। हुण सेम क्वेश्चन मैं ले लेना, सेम क्वेश्चन थोड़ा जिहा होर ध्यान नाल समझो इहनूं, क्वेश्चन सेम है, की फाइंड करना निकल 2 पॉजिटिव तो निकल के लिए ही वैल्यू फाइंड करनी आ,
ਬਟ ਹੁਣ ਜਿਹੜੀ ਹੈਗੀ ਇੱਥੇ ਕੰਸਨਟ੍ਰੇਸ਼ਨ ਚੇਂਜ ਹੋ ਗਈ। ਆ ਦੇਖੋ ਜੀ ਇੱਥੇ ਨਿਕਲ 2 ਪੋਜ਼ਿਟਿਵ 1 ਮੋਲਰ ਸੀ, ਹੁਣ ਜਿਹੜੀ ਇਸ ਕੁਐਸਚਨ 'ਚ ਨਿਕਲ 2 ਪੋਜ਼ਿਟਿਵ ਨਿਕਲ 0.01 ਮੋਲਰ ਆ ਗਈ। ਕਾਪਰ ਦੇ ਲਈ 1 ਮੋਲਰ ਸੀ ਉੱਪਰ, ਹੁਣ ਕਾਪਰ ਦੇ ਲਈ 0.1 ਮੋਲਰ ਆ ਗਈ। ਤਾਂ ਇੰਨੇ ਇੱਕ ਨਾਲ ਹੀ ਆਪਾਂ ਨੂੰ ਅੰਡਰਸਟੂਡ ਹੋ ਗਿਆ ਕਿ ਇੱਥੇ ਹੁਣ ਸਟੈਂਡਰਡ ਦੀ ਵੈਲਿਊ ਨਹੀਂ ਹੋਣੀ, ਇਹ ਨਰਸਟ ਦੇ ਵਿੱਚ ਐਂਟਰ ਕਰ ਗਿਆ ਕਿਉਂਕਿ ਕੰਸਨਟ੍ਰੇਸ਼ਨ ਚੇਂਜ ਹੋ ਗਈ। ਤਾਂ ਹੁਣ ਕੁਐਸਚਨ ਸੇਮ ਹੈ, ਇੱਥੇ ਕੀ ਪੁੱਛਿਆ ਸੀ ਨਿਕਲ ਦੇ ਲਈ ਵੈਲਿਊ ਸਟੈਂਡਰਡ ਫਾਈਂਡ ਕਰੋ, ਇੱਥੇ ਵੀ ਨਿਕਲ ਦੇ ਲਈ ਵੈਲਿਊ ਸਟੈਂਡਰਡ ਦੀ ਫਾਈਂਡ ਕਰਨੀ ਹੈ। ਬਟ ਉੱਪਰ ਦੇ ਵਿੱਚ ਕੀ ਸੀਗਾ, E0 ਸੈੱਲ ਦਿੱਤਾ ਹੋਇਆ ਸੀ ਕਿਉਂਕਿ ਉਹ ਵੈਲਿਊ ਸਟੈਂਡਰਡ ਸੀ। ਹੁਣ ਵੀ ਹੁਣ E ਸੈੱਲ ਦਿੱਤਾ ਹੋਇਆ ਹੈ, ਨਾਟ ਸੈੱਲ ਨਹੀਂ, ਵੈਲਿਊ ਸੇਮ ਹੈ। 0.59 ਵੋਲਟੇਜ ਉੱਪਰ ਸੀ, 0.59 ਵੋਲਟੇਜ ਇੱਥੇ ਹੈ, ਬਟ ਇੱਥੇ ਹੁਣ ਇਹ E ਸੈੱਲ ਦੀ ਵੈਲਿਊ ਦਿੱਤੀ ਹੋਈ ਹੈ, ਨਾਟ E0 ਸੈੱਲ ਦੀ। ਸਮਝ ਆਈ ਗੱਲ? ਤਾਂ ਹੁਣ ਆਪਾਂ ਨੂੰ ਨੈਕਸਟ ਕੁਐਸਚਨ ਦਾ ਪਤਾ E ਸੈੱਲ ਕੀ ਹੁੰਦਾ ਹੈ, E0 ਸੈੱਲ -0.06/n log ਅਨੋਡ ਤੇ ਕੈਥੋਡ ਦੀ ਕੰਸਨਟ੍ਰੇਸ਼ਨ। ਹੁਣ ਇਹਨੂੰ ਮੈਂ ਯੂਜ਼ ਕਰਦਾ, ਦੇਖੋ E0 ਸੈੱਲ ਆਪਾਂ ਜੇ ਫਾਈਂਡ ਕਰਾਂਗੇ ਉੱਪਰਲੇ ਦੀ ਤਰ੍ਹਾਂ ਦੇ ਨਾਲ। ਹੁਣ ਪਹਿਲਾਂ ਆਪਾਂ ਇਹਦੇ ਉੱਪਰ ਵਾਲੇ ਕੁਐਸਚਨ ਸਿੱਧਾ E0 ਤੋਂ ਹੀ ਆਪਣਾ ਆਨਸਰ ਆ ਰਿਹਾ ਸੀ, ਇੱਥੇ ਆਪਾਂ ਨੂੰ ਪਹਿਲਾਂ E0 ਸੈੱਲ ਫਾਈਂਡ ਕਰਨਾ ਪਊਗਾ। E0 ਸੈੱਲ ਦੀ ਜੋ ਵੈਲਿਊ ਹੋਏਗੀ ਉਹ ਯੂਜ਼ ਕਰਾਂਗੇ, ਤੇ ਕਾਪਰ ਦੇ ਲਈ ਵੈਲਿਊ ਗਿਵਨ ਹੈ, ਤਾਂ ਨਿਕਲ ਦੀ ਆਪਾਂ ਵੈਲਿਊ ਈਜ਼ੀਲੀ ਉੱਪਰ ਦੀ ਤਰ੍ਹਾਂ ਫਾਈਂਡ ਕਰ ਲਾਂਗੇ। ਤਾਂ ਮੇਨ ਮਕਸਦ ਹੁਣ ਆਪਣਾ ਕਿ E0 ਸੈੱਲ ਫਾਈਂਡ ਕਰਨਾ ਹੈ। E ਸੈੱਲ ਆਪਾਂ ਨੂੰ ਗਿਵਨ ਹੈ ਕਿੰਨਾ 0.59 ਵੋਲਟੇਜ, E0 ਸੈੱਲ ਇਜ਼ ਇਕੁਅਲ ਟੂ ਆਪਾਂ ਇਹਨੂੰ ਪੁੱਟ ਕਰ ਲਓ 0.06/n ਕਿੰਨਾ ਇੱਥੇ 2 ਇਲੈਕਟ੍ਰੋਨ ਦਾ ਟ੍ਰਾਂਸਫਰ ਹੋ ਰਿਹਾ, ਨਿਕਲ 2 ਪੋਜ਼ਿਟਿਵ ਕਾਪਰ 2 ਪੋਜ਼ਿਟਿਵ 2 ਇਲੈਕਟ੍ਰੋਨ ਦੀ ਟ੍ਰਾਂਸਫਰ ਹੈ। ਤੇ ਕੰਸਨਟ੍ਰੇਸ਼ਨ log ਅਨੋਡ ਅਪੋਨ ਕੈਥੋਡ, ਅਨੋਡ ਕੌਣ ਹੈ ਨਿਕਲ ਹੈ ਜੀ 0.01 ਹੈ, ਕੈਥੋਡ ਕੀ ਹੈ 0.1 ਹੈ। ਜਸਟ ਕੈਲਕੂਲੇਸ਼ਨ ਨੇ ਗੀਆਂ 0.559 ਇਜ਼ ਇਕੁਅਲ ਟੂ E0 ਸੈੱਲ -0.03 log 1/10 ਆ ਗਿਆ। ਇਹਨੂੰ log 1 log 10 ਮੈਂ ਲਿਖ ਸਕਦਾ ਕਿਉਂਕਿ log m/n ਕੀ ਹੁੰਦਾ log m log n, ਇਹਦਾ ਫਾਰਮੂਲਾ ਹੁੰਦਾ ਪੁਆਇੰਟ ਜਿਹੜਾ 3 ਹੈ 0.03 ਬਾਹਰ ਰੱਖ ਲਿਆ ਐਜ਼ ਇਟ ਇਜ਼। ਤਾਂ ਇਹਦੀ ਵੈਲਿਊ ਜਸਟ log 1 0 ਹੁੰਦਾ, log 10 ਦੀ ਵੈਲਿਊ 1 ਹੁੰਦੀ ਆ, ਤੇ -1 ਹੈ -0.03 ਹੈ, ਤਾਂ ਓਵਰਆਲ ਕੀ ਹੋ ਗਿਆ +0.03 ਦੀ ਵੈਲਿਊ ਹੋ ਗਈ। ਤਾਂ ਆਪਣੇ ਕੋਲੇ ਕੀ ਆ ਗਿਆ 0.59 ਇਜ਼ ਇਕੁਅਲ ਟੂ E0 ਸੈੱਲ +0.03 ਆ ਗਿਆ, ਜਿੱਥੋਂ E0 ਸੈੱਲ ਦੀ ਵੈਲਿਊ ਜਿਹੜੀ ਆਪਾਂ ਇਹਨੂੰ ਮਾਈਨਸ ਕਰਕੇ 0.56 ਆ ਜਾਂਦੀ ਆ। ਹੁਣ ਬਿਲਕੁਲ ਹੀ ਸੌਖਾ ਕੁਐਸਚਨ। ਹੁਣ ਇਹ ਕੁਐਸਚਨ ਇੰਨਾ ਇੱਥੋਂ ਤੱਕ ਜਿਹੜਾ ਹੈ ਕੁਐਸਚਨ ਕੀ ਹੈ, ਇਹ ਐਕਸਟਰਾ ਐਡ ਹੋ ਗਿਆ ਜਦੋਂ ਕੰਸਨਟ੍ਰੇਸ਼ਨ 1 ਨਹੀਂ ਹੋਊਗੀ। ਠੀਕ ਹੈ, ਹੁਣ ਅੱਗੇ ਤਾਂ ਸਿੰਪਲ ਪਿਛਲੇ ਕੁਐਸਚਨ ਦੀ ਤਰ੍ਹਾਂ ਆਹ ਵਾਲੇ ਕੁਐਸਚਨ ਦੀ ਤਰ੍ਹਾਂ ਹੀ ਆ ਗਿਆ। ਆਪਣੇ ਕੋਲ E0 ਸੈੱਲ ਪਤਾ ਕੀ ਹੁੰਦਾ ਕੈਥੋਡ ਮਾਈਨਸ ਅਨੋਡ। E0 ਸੈੱਲ ਦੀ ਵੈਲਿਊ ਹੁਣੇ ਫਾਈਂਡ ਕੀਤੀ ਹੈ, ਇੰਨਾ ਝੰਜਟ ਸਾਰਾ ਉਹਦੇ ਲਈ ਹੀ ਕੀਤਾ ਸੀ, 0.56 ਹੋ ਗਿਆ। ਤੇ ਕਾਪਰ ਦੀ ਵੈਲਿਊ 0.34 ਹੁੰਦੀ ਆ, ਮਾਈਨਸ ਨਿਕਲ ਦੀ ਵੈਲਿਊ ਯੂਜ਼ ਕਰਕੇ ਜਸਟ ਕੈਲਕੂਲੇਸ਼ਨ ਕੀਤੀਆਂ ਕਿ ਨਾ ਗਿਆ -0.22 ਵੋਲਟੇਜ। ਹਾਂਜੀ, ਹੋਪ ਕਿ ਇਹ ਸਮਝ ਆ ਗਿਆ ਹੋਊਗਾ। ਨੈਕਸਟ ਇਹਦੇ ਵਿੱਚ ਹੀ ਮੈਂ ਛੋਟਾ ਜਿਹਾ ਹੋਰ ਐਡ ਕਰਦਾ, ਥੋੜ੍ਹਾ ਜਿਹਾ ਹੋਰ ਪਲੱਸ ਕਰਦਾ, ਥੋੜ੍ਹਾ ਜਿਹਾ ਹੋਰ ਹਾਈ ਜਿਹੜਾ ਹੈਗਾ ਥੋੜ੍ਹਾ ਜਿਹਾ ਹੋਰ ਲੈਵਲ 'ਤੇ ਜਾਂਦੇ ਹਾਂ ਆਪਾਂ। ਸੇਮ ਪੈਟਰਨ 'ਤੇ ਮੈਂ ਕੁਐਸਚਨ ਲੈ ਲੈਣਾ, ਕਹਿੰਦਾ ਫਾਈਂਡ EMF ਆਫ ਸੈੱਲ ਐਟ 298 ਕੈਲਵਿਨ। ਗਿਵਨ ਕੀ ਹੈ ਕਾਪਰ ਤੇ ਕਾਪਰ 2 ਪੋਜ਼ਿਟਿਵ ਦੀ ਵੈਲਿਊ, ਮੋਲਰ ਕੰਸਨਟ੍ਰੇਸ਼ਨ ਦੇਖੋ ਕਿੰਨੀ ਹੈ 0.130 ਮੋਲਰ ਹੈ। ਉਦੋਂ ਬਾਅਦ ਸਾਲਟ ਬ੍ਰਿਜ ਹੈ, ਫਿਰ ਸਿਲਵਰ ਪੋਜ਼ਿਟਿਵ ਦੀ ਵੈਲਿਊ ਹਾਈਲਾਈਟ ਕਰ ਰਹੇ ਹਾਂ, ਸਿਲਵਰ ਪੋਜ਼ਿਟਿਵ ਦੀ ਵੈਲਿਊ 1 × 10⁻⁻4 ਹੈ, ਗਿਵ ਸਿਲਵਰ ਹੈ। ਹੁਣ ਇਹ ਮੈਂ ਹਾਈਲਾਈਟ ਕਿਉਂ ਕੀਤਾ ਹੈ, ਇਹਨੂੰ ਧਿਆਨ ਨਾਲ ਸਮਝਿਓ। ਦੇਖੋ ਕਾਪਰ ਦੇ ਵਿੱਚ 2 ਇਲੈਕਟ੍ਰੋਨ ਦਾ ਟ੍ਰਾਂਸਫਰ ਹੋ ਰਿਹਾ, ਸਿਲਵਰ ਦੇ ਵਿੱਚ 1 ਇਲੈਕਟ੍ਰੋਨ ਦਾ ਟ੍ਰਾਂਸਫਰ ਹੋ ਰਿਹਾ। ਜਿਹੜਾ ਹੈਗਾ ਟ੍ਰਾਂਸਫਰ ਆਫ ਇਲੈਕਟ੍ਰੋਨ ਜਿਹੜਾ ਕਾਂਸਟੈਂਟ ਹੋਣਾ ਚਾਹੀਦਾ। ਕਹਿਣ ਦਾ ਭਾਵ ਗਿਵ ਐਂਡ ਟੇਕ ਮਸਟ ਬੀ ਇਕੁਅਲ, ਜਿੰਨੇ ਇਲੈਕਟ੍ਰੋਨ ਉਹਨੇ ਲਾਸ ਕੀਤੇ ਉਹਨੇ ਗੇਨ ਹੋਣੇ ਚਾਹੀਦੇ ਆ। ਤਾਂ ਇਸ ਕੈਟਾਗਰੀ ਦੇ ਵੀ ਕੁਐਸਚਨ ਆ ਜਾਣਗੇ। ਹੁਣ ਇਹਨੂੰ ਕਿੱਦਾਂ ਹੈਂਡਲ ਕਰਾਂਗੇ ਆਪਾਂ, ਤੇ ਇਹਨਾਂ ਨੇ ਗਿਵਨ ਕੀ ਹੈ E0 ਮਤਲਬ ਸਟੈਂਡਰਡ ਕਾਪਰ ਦੀ ਵੈਲਿਊ ਦੇ ਰੱਖੀ ਹੈ 0.34, E0 ਸਿਲਵਰ ਦੀ ਵੈਲਿਊ ਦੇ ਰੱਖੀ ਹੈ 1 ਪੋਜ਼ਿਟਿਵ ਦੇ ਲਈ 0.80 ਵੋਲਟੇਜ। ਹੁਣ ਇਹਨੂੰ ਕਿੱਦਾਂ ਹੈਂਡਲ ਕਰਾਂਗੇ, ਇੱਕ ਗੱਲ ਦਾ ਕਲੀਅਰ ਹੋ ਗਈ ਕਿ ਕੰਸਨਟ੍ਰੇਸ਼ਨ ਸੇਮ 1 ਨਹੀਂ ਹੈਗੀ, ਮਤਲਬ ਨਰਸਟ ਲੱਗੂਗੀ। ਮੈਂ ਕਿਊਸ਼ਨ ਲਾਤੀ ਨਰਸਟ ਕਿਊਸ਼ਨ। E ਸੈੱਲ ਇਜ਼ ਇਕੁਅਲ ਟੂ E0 ਸੈੱਲ -0.06/n log ਅਨੋਡ ਅਪੋਨ ਕੈਥੋਡ। ਹੁਣ ਇਹਨੂੰ ਕਿੱਦਾਂ ਹੈਂਡਲ ਕਰਾਂਗੇ ਇੱਦਾਂ ਦੀ ਪ੍ਰੋਬਲਮ ਨੂੰ ਜਿਹੜੀ ਦੇ ਵਿੱਚ ਟ੍ਰਾਂਸਫਰ ਆਫ ਇਲੈਕਟ੍ਰੋਨ ਸੇਮ ਨਾ ਹੋਣ। ਤਾਂ ਇਹ ਸੇਮ ਕਿਵੇਂ ਹੋ ਸਕਦੇ ਆ, ਆਪਾਂ ਨੂੰ ਪਤਾ ਅਨੋਡ ਲੈਫਟ ਹੈਂਡ ਸਾਈਡ 'ਤੇ ਹੁੰਦਾ ਕਾਪਰ ਹੈ, ਉਹਦੀ ਵੈਲਿਊ ਅਨੋਡ ਹੋ ਗਈ। ਠੀਕ ਹੈ, ਕਿੰਨੀ 1.130। ਕੈਥੋਡ ਜਿਹੜਾ 1 ਪੋਜ਼ਿਟਿਵ ਹੈ, ਤਾਂ ਇਕੁਅਲ ਕਰਨ ਦੇ ਲਈ ਆਪਾਂ ਕੀ ਕਰਾਂਗੇ ਉਹਦਾ ਸਕੇਅਰ ਕਰ ਦਾਂਗੇ, ਕਿਉਂਕਿ 2 ਇਲੈਕਟ੍ਰੋਨ ਦੇ ਟ੍ਰਾਂਸਫਰ ਆ ਤਾਂ ਇੱਥੇ ਸਕੇਅਰ। ਮੰਨ ਲਓ ਇੱਥੇ 2 ਸੀ ਇੱਥੇ 3 ਹੁੰਦੇ,
ਤਾਂ ਇਹਦੀ ਕੰਸਨਟ੍ਰੇਸ਼ਨ ਨੂੰ ਆਪਾਂ ਕਿਊਬ ਕਰਦੇ, ਇਹਦੀ ਕੰਸਨਟ੍ਰੇਸ਼ਨ ਨੂੰ ਸਕੇਅਰ ਕਰਦੇ। ਇਕੁਅਲ ਕਰਨ ਦੇ ਲਈ ਆਪਾਂ ਕੰਸਨਟ੍ਰੇਸ਼ਨ ਦੀ ਟਰਮ ਜਿਹੜੀ ਹੈਗੀ ਉਹਨਾਂ ਨੂੰ ਹੀ ਮਲਟੀਪਲਾਈ ਮਤਲਬ ਰੇਜ਼ ਟੂ ਪਾਵਰ ਲਿਖਾਂਗੇ। ਤਾਂ ਹੁਣ ਆਪਣੇ ਕੋਲੇ ਕੀ ਬਣ ਗਿਆ, ਹੁਣ ਈ ਨਾਟ ਸੈੱਲ ਕਿਵੇਂ ਫਾਈਂਡ ਕਰਾਂਗੇ, ਆਪਾਂ ਨੂੰ ਸਟੈਂਡਰਡ ਵੈਲਿਊ ਦੇ ਰੱਖੀ ਹੈ, ਸਟੈਂਡਰਡ ਹੀ ਆਪਾਂ ਫਾਈਂਡ ਕਰਨੀ ਹੈ, ਸਿੰਪਲ ਹੈ, ਕੈਥੋਡ ਮਾਈਨਸ ਐਨੋਡ। ਕੈਥੋਡ ਕੀ ਹੁੰਦਾ ਜਿਹੜਾ, ਵੈਸੇ ਵੀ ਤੁਹਾਨੂੰ ਮੈਂ ਦੱਸਿਆ ਹੋਇਆ, ਕੈਥੋਡ ਦੀ ਜਿਹੜੀ ਈ ਨਾਟ ਵੈਲਿਊ ਜਿਹੜੀ ਹੈਗੀ ਉਹ ਜ਼ਿਆਦਾ ਹੋਏਗੀ। ਮਤਲਬ ਮੰਨ ਲਓ ਤੁਹਾਨੂੰ 2 ਚੀਜ਼ਾਂ 3 ਚੀਜ਼ਾਂ 5 ਚੀਜ਼ਾਂ ਦਿੱਤੀਆਂ ਨੇ, ਕੈਥੋਡ ਕਿਹੜਾ ਬਣੂਗਾ ਜਿਹਦੀ ਈ ਨਾਟ ਦੀ ਵੈਲਿਊ ਜ਼ਿਆਦਾ ਹੋਊਗੀ। ਯਾਦ ਰੱਖਣ ਦਾ ਤਰੀਕਾ, ਤੇ ਵੈਸੇ ਸੈੱਲ ਦੇ ਵਿੱਚ ਵੀ ਪਤਾ ਲੱਗ ਰਿਹਾ ਆਪਾਂ ਨੂੰ, ਰਾਈਟ ਹੈਂਡ ਸਾਈਡ ਤੇ ਕੈਥੋਡ ਹੁੰਦਾ ਉਹ ਸਿਲਵਰ ਹੈ, ਇੱਥੇ ਕਾਪਰ ਹੈ ਅਨੋਡ ਹੋ ਗਿਆ। ਚਲੋ ਜਿਵੇਂ ਵੀ ਤੁਹਾਨੂੰ ਯਾਦ ਰਹਿੰਦਾ ਉਵੇਂ ਰੱਖ ਲਓ, ਚਾਹੇ ਵੈਲਿਊ ਦੇ ਬੇਸ 'ਤੇ ਚਾਹੇ ਰਾਈਟ ਲੈਫਟ ਦੇ ਬੇਸਿਸ ਦੇ ਉੱਪਰ। ਚਲੋ ਸਿਲਵਰ ਦੇ ਲਈ ਫਿਰ ਆਪਾਂ ਇਹਨੂੰ 0.80 ਮਾਈਨਸ 0.34 ਲੈ ਕੇ ਆਪਣੀ ਵੈਲਿਊ 0.46 ਵੋਲਟੇਜ ਆ ਗਈ। ਈ ਨਾਟ ਸੈੱਲ ਆ ਗਿਆ। ਈ ਸੈੱਲ ਆਪਾਂ ਫਾਈਂਡ ਕਰਨਾ ਹੈ, ਈ ਨਾਟ ਸੈੱਲ ਮਾਈਨਸ 0.06/2 ਲੌਗ ਅਨੋਡ ਦੀ ਕੰਸਨਟ੍ਰੇਸ਼ਨ ਜਿਹੜੀ ਹੈਗੀ ਆ 0.130 ਹੋ ਗਈ। ਕੈਥੋਡ ਦੀ ਕੰਸਨਟ੍ਰੇਸ਼ਨ ਜਿਹੜੀ 1 × 10⁻⁴ ਰੇਸ ਟੂ ਪਾਵਰ 2 ਉਹ ਕਰਨੀ ਪਈ। ਕਿਉਂ ਕਰਨੀ ਪਈ ਤੁਹਾਨੂੰ ਕਲੀਅਰ ਆ। ਉਸ ਤੋਂ ਬਾਅਦ ਜਸਟ ਕੀ ਰਹਿ ਗਈ, ਕੈਲਕੂਲੇਸ਼ਨ ਰਹਿ ਗਈ। 0.03 ਲੈ ਲਿਆ ਇਨਟੂ ਆ ਕੀ log m/n ਕਿੰਨਾ, log m ਮਾਈਨਸ log n। log n ਦੇ ਵਿੱਚ ਫਿਰ ਰੇਸ ਟੂ ਪਾਵਰ ਹੈ, ਉਹ ਇੱਕ ਫਾਰਮੂਲਾ ਹੋਰ ਹੁੰਦਾ log ਦਾ, log m ਰੇਸ ਟੂ ਪਾਵਰ n ਕੀ ਹੁੰਦਾ, n log m। ਤਾਂ n log m ਮੈਂ ਯੂਜ਼ ਕਰਕੇ ਜਸਟ ਕੈਲਕੂਲੇਸ਼ਨ ਹੈ, ਤਾਂ ਈ ਸੈੱਲ ਦੀ ਵੈਲਿਊ 0.25 ਵੋਲਟੇਜ ਆ ਗਈ ਜੀ ਆਪਣੇ ਕੋਲੇ। ਇਹ ਕੀ ਆ ਗਿਆ ਆਪਣਾ, ਇਹ ਨੈਕਸਟ ਕੈਟਾਗਰੀ ਦਾ ਜਿਹੜਾ ਹੈਗਾ ਸੀ। ਥੋੜ੍ਹਾ ਜਿਹਾ ਜਿਹੜਾ ਹਾਈਲਾਈਟ ਥੋੜ੍ਹਾ ਜਿਹਾ ਕੀਤਾ ਮੈਂ, ਕਿਉਂ, ਕਿਉਂਕਿ ਨੰਬਰ ਆਫ ਇਲੈਕਟ੍ਰੋਨ ਟ੍ਰਾਂਸਫਰ ਦਾ ਚੇਂਜ ਹੈ। ਹਾਂਜੀ, ਨੈਕਸਟ ਇੱਕ ਹੋਰ ਆਪਾਂ ਅੱਜ ਡਿਸਕਸ ਕਰਦੇ ਹਾਂ ਨਿਊਮੈਰੀਕਲ, ਜਿਹੜਾ ਮੈਂ ਤੁਹਾਨੂੰ ਥਿਊਰੀ ਦੇ ਵਿੱਚ ਯਾਦ ਹੋਵੇ ਕਿ ਤੁਹਾਨੂੰ ਮੈਂ ਇੱਕ ਦੱਸਿਆ ਸੀ ਇਕੁਇਲਿਬਰੀਅਮ ਕਾਂਸਟੈਂਟ ਦੇ ਨਾਲ ਜਿਹੜਾ ਹੈਗਾ ਕੀ ਲਿੰਕ ਹੁੰਦਾ ਹੈਗਾ ਈ ਸੈੱਲ ਦਾ। ਹੁਣ ਆਪਾਂ ਨੂੰ ਇੱਕ ਗੱਲ ਦਾ ਪਤਾ ਹੈ, ਕੁਐਸਚਨ, ਚਲੋ ਪਹਿਲਾਂ ਕੁਐਸਚਨ ਦੱਸਦਾ ਕੀ ਹੈ। ਕਹਿੰਦਾ ਫਾਈਂਡ ਕੇ ਕੀ ਇਕੁਇਲਿਬਰੀਅਮ ਕਾਂਸਟੈਂਟ ਹੁੰਦਾ। ਕੇ ਫਾਈਂਡ ਕਰੋ ਕਿਹੜੀ ਰਿਐਕਸ਼ਨ ਦੇ ਲਈ, ਕਾਪਰ ਪਲੱਸ 2 Ag ਪੋਜ਼ੀਟਿਵ ਵਿਲ ਗਿਵ ਕਾਪਰ 2 ਪੋਜ਼ੀਟਿਵ ਪਲੱਸ 2 Ag। ਤਾਂ ਗਿਵਨ ਇਹਨਾਂ ਨੇ ਕੀ ਦਿੱਤਾ ਹੋਇਆ ਆਪਾਂ ਨੂੰ, ਸਿਲਵਰ ਪੋਜ਼ੀਟਿਵ ਗਿਵ ਸਿਲਵਰ ਦੇ ਲਈ 0.80 ਵੋਲਟੇਜ ਹੋ ਗਈ, ਕਾਪਰ ਦੇ ਲਈ 0.34। ਕਈ ਵਾਰੀ ਕੁਐਸਚਨ ਕਰ ਚੁੱਕੇ ਆ, ਫਿਕਸ ਹੀ ਹੁੰਦੀ ਹੈ ਇਹਨਾਂ ਦੀ ਵੈਲਿਊਜ਼, ਕਾਪਰ ਤੇ ਸਿਲਵਰ ਦੀ ਹੈ ਨਾ, ਆਇਰਨ ਦੀ, ਉਹ ਵੀ ਵਾਰ-ਵਾਰ ਹੋ ਰਿਹਾ। ਤੇ ਹੁਣ ਆਪਾਂ ਕੇ ਫਾਈਂਡ ਕਰਨਾ ਹੈ। ਬਟ ਆਪਾਂ ਨੂੰ ਇੱਕ ਗੱਲ ਦਾ ਪਤਾ, ਤੁਹਾਨੂੰ ਥਿਊਰੀ ਕਰਵਾਈ ਹੋਈ ਆ ਕਿ ਐਟ ਇਕੁਇਲਿਬਰੀਅਮ ਜਿਹੜਾ ਈ ਸੈੱਲ ਜਿਹੜਾ ਹੈਗਾ 0 ਹੋ ਜਾਂਦਾ, ਈ ਸੈੱਲ 0 ਹੋ ਜਾਂਦਾ। ਤਾਂ ਮੈਂ ਨਰਸਟ ਇਕੁਏਸ਼ਨ ਲਾ ਲਈ, ਉਹ ਕੀ ਹੁੰਦਾ, ਈ ਸੈੱਲ ਇਜ਼ ਇਕੁਅਲ ਟੂ ਈ ਨਾਟ ਸੈੱਲ ਮਾਈਨਸ 0.06 log ਅਨੋਡ ਅਪੋਨ ਕੈਥੋਡ। ਹੁਣ ਜਦੋਂ ਇਕੁਇਲਿਬਰੀਅਮ ਆ ਗਿਆ, ਅਨੋਡ ਅਪੋਨ ਕੈਥੋਡ ਕੀ ਬਣ ਜਾਊਗਾ, ਕੇ ਇਕੁਇਲਿਬਰੀਅਮ ਕਾਂਸਟੈਂਟ। ਜਦੋਂ ਇਕੁਇਲਿਬਰੀਅਮ ਕਾਂਸਟੈਂਟ ਆ ਗਿਆ ਤਾਂ ਈ ਸੈੱਲ 0 ਹੋ ਗਿਆ। ਤਾਂ ਉਹਨਾਂ ਨੇ ਆਪਣੇ ਕੋਲੇ ਨੈਟ ਇਕੁਏਸ਼ਨ ਕੀ ਰਹਿ ਜੂਗੀ, ਈ ਨਾਟ ਸੈੱਲ ਇਜ਼ ਇਕੁਅਲ ਟੂ 0.06/n log Kc। ਤਾਂ log Kc ਦੀ ਵੈਲਿਊ ਕੀ ਹੋਗੀ, ਆਪਾਂ Kc ਫਾਈਂਡ ਕਰਨਾ, ਕੁਐਸਚਨ ਕੀ ਹੈ Kc ਫਾਈਂਡ ਕਰਨਾ। log Kc ਦੀ ਵੈਲਿਊ ਕੀ ਹੋ, n ਇੰਟੂ ਈ ਨਾਟ ਸੈੱਲ ਅਪੋਨ 0.06। ਈ ਨਾਟ ਸੈੱਲ ਈ ਕੈਥੋਡ ਮਾਈਨਸ ਈ ਅਨੋਡ, ਉਹੀ ਚੀਜ਼ ਯੂਜ਼ ਕੀਤੀ, 0.46 ਆ ਗਿਆ। ਤਾਂ log Kc 2 ਇੰਟੂ 0.46 ਅਪੋਨ 0.0 ਜਿਹੜਾ ਹੈਗਾ 6 ਹੈ, ਜਿਹਦੀ ਵੈਲਿਊ ਨੈਟ ਰਿਜ਼ਲਟੈਂਟ 15.6 ਆ ਗਈ। ਹੁਣ ਗੱਲ ਅੱਗੇ ਆਉਂਦੀ ਹੈ ਆਪਣੇ ਕੋਲੇ ਕਿ ਇਹ log Kc ਦੀ ਵੈਲਿਊ 15.6 ਆਈ ਹੈ, ਹੈ ਨਾ। ਬਟ ਆਪਾਂ ਕੀ ਚਾਹੀਦਾ Kc, ਤਾਂ ਉਹਦੇ ਲਈ ਆਪਾਂ ਕੀ ਕਰਾਂਗੇ, ਐਂਟੀ ਲੌਗ ਆਫ 15.6। ਐਂਟੀ ਲੌਗ ਜਦੋਂ ਕਰੋਗੇ ਤਾਂ ਇਹਦਾ ਡਾਇਰੈਕਟ ਵੈਲਿਊ ਕਿੰਨੀ ਆ ਗਈ, 3.98 ਇੰਟੂ 10⁻15 ਜਿਹੜਾ ਹੈਗਾ ਇਹਦੀ ਵੈਲਿਊ ਆ ਗਈ। ਤਾਂ ਇਹ ਕੀ ਸੀ, ਇਹਦੀ ਨੈਕਸਟ ਕੈਟਾਗਰੀ ਦੇ ਕੁਝ ਕੁ ਕੁਐਸਚਨ ਸੀਗੇ ਜਿਹੜੇ ਆਪਣੇ ਇਹਦੇ ਬੇਸਿਸ ਦੇ ਉੱਪਰ ਆਉਂਦੇ ਨੇਗੇ ਇਲੈਕਟ੍ਰੋਕੈਮਿਸਟਰੀ ਦੇ ਵਿੱਚ। ਤੇ ਇੱਕ ਦੋ ਕੈਟਾਗਰੀ ਥੋੜ੍ਹੀਆਂ ਜਿਹੀਆਂ ਹੋਰ ਨੇਗੀਆਂ, ਇੱਕ ਦੋ, ਬਾਕੀ ਉਸ ਤੋਂ ਬਾਅਦ ਥੋੜ੍ਹਾ ਜਿਹਾ ਹੋਮਵਰਕ ਵੀ ਆਊਗਾ। ਹੋਪ ਕਿ ਤੁਹਾਨੂੰ ਇੱਥੋਂ ਤੱਕ ਸਾਰਾ ਸਮਝ ਆ ਗਿਆ ਹੋਊਗਾ, ਹੈ ਨਾ।